ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰਿਓ ਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੇ ਉਚਾਰੀ। ਦੋਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰਮੂਰਤਿ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਨਾਨਕ ਸ਼੍ਰੀ ਨਾਨਕ ਪਰਸ਼ੋਤਮੰ ਪਰਮ ਪਰਾਵਰ ਨਾਥ, ਜੁਗਲ ਚਰਨ ਮਮ ਬੰਦਨਾ, ਧਾਰ ਕਾਰ ਧਾਰ ਪਰਮਾਥ। ਗੁਰੂ ਨਾਨਕ ਸੁਖ ਸਿੰਧ ਕੋ ਹਾਥ ਜੋਰ ਪ੍ਰਣਾਮ, ਜਿਸ ਕਾਰਨ ਤੇ ਬੜ ਅਘੀ, ਪਾਵਹਿ ਗਤ ਵਿਸ਼ਰਾਮ। ਸਤਿਨਾਮ ਸ਼੍ਰੀ ਵਾਹਿਗੁਰੂ ਜੀਓ। ਆਸਾੜ ਤਪੰਦਾ ਤਿਸ ਲੱਗੈ, ਹਰ ਨਾਹੋ ਨ ਜਿਨਾ ਪਾਸ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਦੁਇਐ ਭਾਏ ਬਗੁਚੀਐ, ਗਲ ਪਈ ਸੋ ਜਮ ਕੀ ਫਾਸ। ਜਿਹਾ ਬੀਜੈ ਸੋ ਲੁਣੈ, ਮੱਥੈ ਜੋ ਲਿਖਿਆਸ। ਰੈਣ ਬਿਹਾਣੀ ਪਛੁਤਾਣੀ, ਉਠ ਚੱਲੀ ਗਈ ਨਿਰਾਸ। ਜਿਨ ਕੋ ਸਾਧੂ ਭੇਟੀਐ, ਸੋ ਦਰਗਹਿ ਹੋਏ ਖਲਾਸ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲਗੈ, ਜਿਸ ਮਨ ਹਰ ਚਰਨ ਨਿਵਾਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲਗੈ, ਜਿਸ ਮਨ ਹਰ ਚਰਨ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਸਤਿਗੁਰੂ ਗਰੀਬ ਨਿਵਾਜ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਆਪ ਸਾਰੇ ਵੱਡਿਆਂ ਭਾਗਾਂ ਵਾਲੇ ਹੋ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਹੈ। ਆਪ ਸੰਗਤਾਂ ਨੂੰ ਆਪਣੇ ਚਰਨਾਂ ਵਿੱਚ ਬੈਠਣ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਆਪ ਸਾਰੇ ਅੱਜ ਜੋ ਮਹੀਨਾ ਅਸਾੜ ਦਾ ਪ੍ਰਾਰੰਭ ਹੋਇਆ ਹੈ, ਇਸ ਦਾ ਪਾਠ ਔਰ ਵਿਚਾਰ ਸਰਵਣ ਕਰਨ ਵਾਸਤੇ ਸਤਿਗੁਰੂ ਜੀ ਨੂੰ ਸਾਖੀ ਔਰ ਵਿਆਪਕ ਜਾਣ ਕੇ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਸਜੇ ਹੋ। ਕੱਲ੍ਹ ਜੋ ਜੇਠ ਦਾ ਮਹੀਨਾ ਸੀ ਉਹ ਬਤੀਤ ਹੋਇਆ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਪਿਛਲਾ ਮਹੀਨਾ ਸਾਰਿਆਂ ਵਾਸਤੇ ਸੁਖਦਾਈ ਬਤੀਤ ਹੋਇਆ ਹੈ। ਅਗਲੇ ਮਹੀਨੇ ਵਾਸਤੇ ਇਹ ਸ਼ੁਭ ਕਾਮਨਾ ਕਰਦੇ ਹਾਂ ਅਤੇ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਇਹ ਗਰੀਬ ਨਵਾਜ ਇਹ ਮਹੀਨਾ ਵੀ ਗੁਰਸਿੱਖ ਸੰਗਤਾਂ ਵਾਸਤੇ ਸੁੱਖ ਦਾ ਬਤੀਤ ਹੋਵੇ। ਸੱਚੇ ਪਾਤਸ਼ਾਹ ਜੀ ਨੇ ਬੜੀ ਮਹਾਨ ਬਖਸ਼ਿਸ਼ ਕੀਤੀ ਹੈ। ਸੋ ਆਪਾਂ ਸਿੱਧੀ ਬੋਲੀ 'ਚ ਹਾੜ ਕਹਿ ਦਿੰਦੇ ਹਾਂ, ਪਰ ਬਾਣੀ ਵਿੱਚ ਇਸ ਮਹੀਨੇ ਦਾ ਨਾਂ ਅਸਾੜ ਲਿਖਿਆ ਹੈ। ਸੋ ਸਾਰੀਆਂ ਸੰਗਤਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਵਨ ਚਰਨਾਂ ਦਾ ਧਿਆਨ ਕਰਕੇ
ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਗੁਰੂ ਸਾਹਿਬ ਦੇ ਚਰਨਾਂ ਨਾਲ ਜੋੜੋ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਓ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਨਣਾ ਗੁਰ ਨਾਓ। ਸਤਿਗੁਰ ਸੇਤੀ ਰਤਿਆਂ, ਦਰਗਹਿ ਪਾਈਐ ਠਾਓ। ਇਸ ਢੰਗ ਨਾਲ ਸਾਰੀਆਂ ਇੰਦਰੀਆਂ ਨੂੰ ਵਿਕਾਰਾਂ ਵੱਲੋਂ ਸੰਕੋਚ ਕੇ ਮਨ ਨੂੰ ਇਕਾਗਰ ਕਰਕੇ ਗੁਰੂ ਸਾਹਿਬ ਦੇ ਪਾਵਨ ਚਰਨਾਂ ਵਿੱਚ ਜੁੜਨਾ ਹੈ ਔਰ ਰਸਨਾ ਦੁਆਰਾ ਸਤਿਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਕਰਨਾ। ਅੱਖਾਂ ਵਿੱਚ ਗੁਰੂ ਮਹਾਰਾਜ ਦਾ ਦਰਸ਼ਨ, ਕੰਨਾਂ ਨਾਲ ਪਾਤਸ਼ਾਹ ਦੀ ਬਾਣੀ ਸੁਣਨੀ ਹੈ ਔਰ ਮਨ ਕਰਕੇ ਮਨਨ ਕਰਨਾ ਹੈ ਅਤੇ ਬੁੱਧੀ ਵਿੱਚ ਮਿਲੀ ਹੋਈ ਵਿਚਾਰਧਾਰਾ ਨੂੰ ਗ੍ਰਹਿਣ ਕਰਕੇ ਆਪਣਾ ਜੀਵਨ ਅਤੇ ਆਪਣੇ ਸਾਥੀਆਂ ਦਾ ਜੀਵਨ ਵੀ ਸਫਲ ਕਰਨਾ। ਸਾਰਿਆਂ ਵਾਸਤੇ ਸ਼ੁਭ ਕਾਮਨਾ ਕਰਨੀ ਹੈ। ਗੁਰੂ ਮਹਾਰਾਜ ਕਿਰਪਾ ਕਰਨ। ਸਰਵੇ ਭਵੰਤੂ ਸੁਖੀ ਨਾ, ਸਰਵੇ ਸੰਤੁ ਨਿਰਮਇਆ। ਸਾਰੇ ਸੁਖ ਨਾ ਵਸਣ, ਸਾਰਿਆਂ ਉੱਤੇ ਮਾਲਕ ਦਇਆ ਕਰੇ। ਸਾਰੀਆਂ ਸੰਗਤਾਂ ਮਨ ਬਿਰਤੀ ਦੀ ਇਕਾਗਰਤਾ ਲਈ, ਰਸਨਾ ਦੀ ਪਵਿੱਤਰਤਾ ਵਾਸਤੇ ਗੱਜ ਵੱਜ ਕੇ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ। ਆਸਾੜ ਤਪੰਦਾ ਤਿਸ ਲੱਗੈ, ਹਰ ਨਾਹੋ ਨ ਜਿਨਾ ਪਾਸ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾਲਤਾ ਕਰਦੇ ਹਨ। ਇਹ ਜੋ ਅਸਾੜ ਦਾ ਮਹੀਨਾ ਉਹਨਾਂ ਨੂੰ ਤਪਿਆ ਹੋਇਆ ਬਹੁਤੀ ਗਰਮੀ ਵਾਲਾ ਲੱਗਦਾ ਹੈ, ਜਿਨ੍ਹਾਂ ਦੇ ਪਾਸ ਨਾਹੋ ਨਾਮ ਮਾਲਕ ਦਾ ਹੈ, ਜਿਨ੍ਹਾਂ ਕੋ ਨਿਰੰਕਾਰ ਹਰੀ ਸਭ ਨੂੰ ਹਰਿਆ ਕਰਨ ਵਾਲਾ ਪਰਮੇਸ਼ਰ ਉਹਦਾ ਨਾਮ ਨਹੀਂ। ਕਿਉਂਕਿ ਨਾਮ ਤੋਂ ਬਿਨਾਂ ਜਿਹੜੀ ਵਿਕਾਰਾਂ ਦੀ ਤਪਸ਼ ਹੈ ਉਹ ਦੂਰ ਨਹੀਂ ਹੁੰਦੀ। ਕਿੰਨੇ ਸੀਤਲ ਜਲ ਪੀ ਲਓ, ਸ਼ਰਬਤ ਪੀ ਲਓ, ਜੂਸ ਪੀ ਲਓ, ਇਹਨਾਂ ਚੀਜ਼ਾਂ ਨਾਲ ਮਨ ਨੂੰ ਸ਼ਾਂਤੀ ਨਹੀਂ ਮਿਲਦੀ। ਠੀਕ ਹੈ ਕਿ ਜਠਰਾਗਨੀ ਸ਼ਾਂਤ ਹੁੰਦੀ ਹੈ, ਪਰ ਜੋ ਅੰਦਰ ਵਿਕਾਰਾਂ ਦੀ ਅਗਨੀ ਹੈ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅਗ, ਪਵੈ ਦਜੈ ਨਾਨਕਾ ਤਰੀਐ ਚਰਨੀ ਲੱਗ, ਇਹ ਨਹੀਂ ਬੁਝਦੀਆਂ। ਇਹ ਨਾਮ ਦੀ ਕਮਾਈ ਕਰਨ ਨਾਲ ਮਨ ਵਿੱਚ ਭਾਈ ਸ਼ਾਂਤੀ ਪ੍ਰਾਪਤ ਹੁੰਦੀ ਹੈ। ਸੋ ਇਸ ਵਾਸਤੇ ਜਿਨ੍ਹਾਂ ਕੋਈ ਨਾਮ ਨਹੀਂ, ਉਹਨਾਂ ਦੇ ਅੰਦਰ ਫਿਰ ਜਿਹੜੇ ਵਿਕਾਰ ਆ ਇਹ ਇੰਨੇ ਭੜਕਦੇ ਆ, ਕਈ ਵਾਰੀ ਗਲਤ ਕੰਮ ਕਰਾ ਕੇ ਇਹਦਾ ਜੀਵਨ ਬਰਬਾਦ ਕਰ ਦਿੰਦੇ ਆ। ਜਿਵੇਂ ਅਬਦੁਲ ਗਫਾਰ ਖਾਂ ਨਵਾਬ ਸੀ, ਉਹਦੇ ਘਰ ਬੇਗਮਾਂ ਵੀ ਸਨ, ਪਰ ਕਿਸੇ ਸਨਾਤਨੀ ਲੜਕੀ ਵੱਲ ਉਹਦੀ ਕੋਈ ਗੈਰ ਦ੍ਰਿਸ਼ਟੀ ਸੀ। ਫਿਰ ਉਹ ਧੰਨ ਧੰਨ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦੇ ਚਰਨਾਂ ਵਿੱਚ ਆਇਆ ਅਤੇ ਮਹਾਂਪੁਰਖਾਂ ਨੇ ਉਹਨੂੰ ਸ਼ਬਦ ਦਾ ਅਭਿਆਸ ਦੱਸਿਆ ਕਿ 40 ਦਿਨ ਇਹ ਬੈਠ ਕੇ ਤੂੰ ਮਸੀਤ ਚਲੇ ਜਾਣਾ, 1 ਵਜੇ ਇਸ਼ਨਾਨ ਕਰਕੇ ਫੂੜੀ ਵਿਛਾ ਕੇ ਅਤੇ ਜਾਪ ਕਰਨਾ। ਜਦੋਂ ਇਸ ਤਰ੍ਹਾਂ ਕੁਝ ਦਿਨ ਜਾਪ ਕਰਦਾ ਰਿਹਾ, ਲੋਕਾਂ ਨੇ ਕਿਹਾ ਕਿ ਨਵਾਬ ਦਾ ਜੀਵਨ ਕਿਸ ਤਰ੍ਹਾਂ ਦਾ ਢਿੱਲਾ ਮੱਠਾ ਸੀ। ਇਹ ਇਸ ਨੂੰ ਕਿਨ ਸੋਝੀ ਸਮੱਤ ਦਿੱਤੀ ਹੈ, ਇਹ ਸਮੱਤ ਸਾਧੂ 'ਤੇ ਪਾਈ। ਸੋ ਕੋਈ ਰੁਪਈਆਂ ਦਾ ਹਾਰ, ਕੋਈ ਫੁੱਲਾਂ ਦਾ ਹਾਰ, ਕੋਈ ਹੋਰ ਭੇਟਾ ਲੈ ਕੇ ਜਦੋਂ ਨਵਾਬ ਨੇ ਆਪਣੇ ਭਜਨ ਬਾਣੀ 'ਚ ਉੱਠਣਾ, ਸੰਗਤਾਂ ਨੇ ਸਤਿਕਾਰ ਲਈ ਮੂਹਰੇ ਖੜ੍ਹਨਾ। ਹੁਣ ਕਿਹਾ ਹਾਲੇ ਕੁਝ ਦਿਨ ਹੋਏ ਹੈ ਅਤੇ ਹੁਣੇ ਸੰਗਤ ਕਿੰਨਾ ਪਿਆਰ ਕਰਨ ਲੱਗੀ ਹੈ। ਕਿਉਂਕਿ ਨਾਮ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੇ, ਹਾਂਕ ਬਲ ਵੱਲ ਸਦ ਬਲਿਹਾਰੇ। ਨਾਮ ਦੀ ਬੜੀ ਬਰਕਤ ਹੈ। ਸੋ ਇਸ ਵਾਸਤੇ ਉਹ ਫਿਰ ਧੰਨ ਧੰਨ ਬਾਬਾ ਕਰਮ ਸਿੰਘ ਮਹਾਰਾਜ ਚਰਨਾਂ 'ਚ ਆਇਆ ਕਿ ਮਹਾਰਾਜ ਮੈਂ ਕੁਝ ਦਿਨ ਆਪ ਜੀ ਦੇ ਦੱਸੀ ਯੁਗਤੀ ਮੁਤਾਬਕ ਨਾਮ ਦਾ ਅਭਿਆਸ ਕੀਤਾ, ਹੁਣ ਵਿਕਾਰਾਂ ਵੱਲੋਂ ਵੀ ਸ਼ਾਂਤੀ ਹੋ ਗਈ ਹੈ, ਸੰਗਤ ਵੀ ਮੇਰਾ ਬਹੁਤ ਸਤਿਕਾਰ ਕਰਨ ਲੱਗ ਪਈ ਹੈ, ਮੈਨੂੰ ਮੁਆਫੀ ਬਖਸ਼ੋ। ਸੰਤ ਕਹਿਣ ਲੱਗੇ ਜਿਸ ਦੇਵੀ ਪ੍ਰਤੀ ਤੂੰ ਵਿਕਾਰ ਦ੍ਰਿਸ਼ਟੀ ਕਰਦਾ ਸੀ, ਉਸ ਕੰਨਿਆ ਤੋਂ, ਉਹਦੇ ਮਾਤਾ ਪਿਤਾ ਤੋਂ ਖਿਮਾ ਮੰਗ। ਉਸ ਨੇ ਕਿਹਾ ਮਹਾਰਾਜ ਹੁਣ ਜੋ ਹੁਕਮ ਕਰੇ ਮੈਨੂੰ ਪ੍ਰਵਾਨ ਆ। ਹੁਣ ਫਿਰ ਨਵਾਬੀ ਦਾ ਹੰਕਾਰ ਤਿਆਗ ਕੇ ਲੜਕੀ ਦੇ ਮਾਤਾ ਪਿਤਾ ਕੰਨਿਆ ਤੋਂ ਖਿਮਾ ਮੰਗੀ ਅਤੇ ਮਹਾਂਪੁਰਖਾਂ ਦੇ ਚਰਨਾਂ ਸੰਗਤ ਵਿੱਚ ਵਚਨ ਦਿੱਤਾ, ਅੱਜ ਤੋਂ ਮੈਂ ਹਰੇਕ
ਧੀ ਭੈਣ ਨੂੰ ਆਪਣੀ ਧੀ ਭੈਣ ਸਮਝਾਂਗਾ। ਬੜਾ ਧਰਮੀ ਬਣ ਗਿਆ ਅਤੇ ਉਸ ਇਲਾਕੇ 'ਚ ਬਹੁਤ ਹੀ ਨਿਆਂਕਾਰੀ ਬਣ ਕੇ ਪ੍ਰਜਾ ਨੂੰ ਸੁੱਖ ਦੇਣ ਵਾਲਾ ਬਣ ਗਿਆ। ਇਸ ਵਾਸਤੇ ਨਾਮ ਐਸੀ ਚੀਜ਼ ਹੈ, ਜੇ ਨਾਮ ਨਾ ਹੋਵੇ ਤਾਂ ਮਨ ਦੇ ਜਿਹੜੇ ਵਿਕਾਰ ਆ ਉਹ ਹਰ ਵੇਲੇ ਭਾਈ ਕਲੇਸ਼ ਦਿੰਦੇ ਰਹਿੰਦੇ ਹਨ। ਇਸ ਵਾਸਤੇ ਨਾਮ ਜਪਣਾ ਬਹੁਤ ਜ਼ਰੂਰੀ ਹੈ। ਕੱਲ ਮੈਂ ਮੁਕਤ ਨਾਮ ਤੇ ਪਾਵਤ, ਕਲਯੁਗ ਵਿੱਚ ਮੁਕਤੀ ਦਾ ਸਾਧਨ ਹੀ ਪਰਮੇਸ਼ਰ ਦਾ ਨਾਮ ਹੈ। ਇਸ ਲਈ ਹਜ਼ੂਰ ਕਹਿ ਰਹੇ ਹਨ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਆਸਾੜ ਤਪੰਦਾ ਤਿਸ ਲੱਗੈ। ਇਹ ਮਹੀਨਾ ਸਾੜਨ ਵਾਲਾ, ਗਰਮੀ ਵਾਲਾ ਉਹਨਾਂ ਨੂੰ ਲੱਗਦਾ ਹੈ, ਉਹਨਾਂ ਨੂੰ ਤਪਾਇਮਾਨ ਕਰਦਾ ਹੈ, ਉਹਨਾਂ ਨੂੰ ਤਪਦਾ ਹੋਇਆ ਲੱਗਦਾ ਹੈ, ਉਹਨਾਂ ਨੂੰ ਇਹਦੀ ਲੋ ਸਾੜਦੀ ਹੈ ਜਿਨ੍ਹਾਂ ਕੋਲ ਪਰਮੇਸ਼ਰ ਦਾ ਨਾਮ ਨਹੀਂ ਹੈ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਉਹ ਜਿਹੜੇ ਵਿਅਕਤੀ ਜਿਨ੍ਹਾਂ ਨੇ ਸਾਰੇ ਜਗਤ ਨੂੰ ਜੀਵਨ ਦੇਣ ਵਾਲਾ ਪਰਮੇਸ਼ਰ ਉਹਨੂੰ ਛੱਡ ਕੇ, ਉਹਨੂੰ ਤਿਆਗ ਕਰਕੇ ਮਾਨਸ ਸੰਧੀ ਆਸ, ਮਨੁੱਖਾਂ ਦੀ ਆਸ ਧਾਰੀ ਬੈਠੇ ਹੈ। ਕਿਉਂਕਿ ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ, ਜਿਸ ਕਹਿ ਦੀਐ ਰਹੇ ਅਗਾਏ, ਬਹੁਰ ਨ ਤ੍ਰਿਸ਼ਨਾ ਲਾਗੇ ਆਏ। ਅਤੇ ਗੁਰੂ ਸਾਹਿਬ ਦੱਸਦੇ, ਧਰ ਜੀ ਅਰੇ ਇੱਕ ਟੇਕ ਤੂੰ, ਲਾਹੇ ਬਡਾਨੀ ਆਸ। ਨਾਨਕ ਨਾਮ ਧਿਆਇਐ, ਕਾਰਜ ਆਵੈ ਰਾਸ। ਅਤੇ ਜੇ ਉਹਦੀ ਆਸ ਤੱਕਾਂਗੇ ਸਾਰੇ ਕਾਰਜ ਰਾਸ ਆ ਜਾਣਗੇ। ਇਸ ਵਾਸਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ, ਇਹ ਮਹੀਨੇ ਬੜੇ ਗਰਮੀ ਦੇ ਆ, ਜੇਠ ਹਾੜ, ਤਤੀਆਂ ਤਵੀਆਂ 'ਤੇ ਬੈਠੇ, ਸੀਸ ਤਤੇ ਰੇਤੇ ਪਾਏ ਗਏ, ਪਰ ਫਿਰ ਵੀ ਕਿੰਨੇ ਸ਼ਾਂਤ ਰਹੇ। ਤੇਰਾ ਭਾਣਾ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਉਬਲਦੀਆਂ ਦੇਗਾਂ ਵਿੱਚ ਬੈਠੇ ਆ, ਉਹ ਆਪ ਤਾਂ ਹੈ ਹੀ ਸਮਰੱਥ। ਉਹਨਾਂ ਦੇ ਗੁਰਸਿੱਖ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ, ਸਤੀ ਦਾਸ, ਦਿਆਲ ਦਾਸ, ਦਿਆਲ ਦਾਸ ਨੂੰ ਦੇਗ 'ਚ ਵਾਲਿਆ ਗਿਆ, ਫਿਰ ਵੀ ਸ਼ਾਂਤ ਰਹੇ ਅਤੇ ਸਿੱਖੀ ਸਿਧਾਂਤਾਂ ਵਿੱਚ ਕਾਇਮ ਰਹੇ ਆ। ਸਾਡੇ ਵਾਸਤੇ ਮਿਸਾਲਾਂ ਬਣਾ ਕੇ ਦੇ ਗਏ ਆ ਕਿ ਇਤਨੀਆਂ ਕਰੜੀਆਂ ਪ੍ਰੀਖਿਆਵਾਂ ਵਿੱਚ ਵੀ ਸਿੱਖੀ ਸਿਦਕ ਕਾਇਮ ਰੱਖਿਆ। ਦੁਨੀਆ ਦਾ ਕੋਈ ਪ੍ਰਲੋਭਨ ਲਾਲਚ ਉਹਨਾਂ ਨੂੰ ਡਲਾ ਨਹੀਂ ਸਕਿਆ। ਧੰਨ ਗੁਰੂ ਸਾਹਿਬ ਜੀ, ਧੰਨ ਉਹਨਾਂ ਦੀ ਸਿੱਖੀ, ਉਹਨਾਂ ਨੂੰ ਨਮਸਕਾਰ ਹੈ। ਤਾਂ ਹੀ ਭੱਟਾਂ ਨੇ ਲਿਖਿਆ, ਅੰਤ ਨਾ ਪਾਵ ਦੇਵ ਸਭੈ, ਮੁਨਿੰਦਰ ਮਹਾ ਸਿਵ ਜੋ ਕਰੀ, ਪੁਨ ਵੇਦ ਬ੍ਰੰਚ ਵਿਚਾਰ ਹਰ ਜਾਪ ਨਾ ਛਾਡੋ ਏ ਕਰੀ। ਮਥ ਰਾਜਨ ਕੋ ਪ੍ਰਭ ਦੀਨ ਦਿਆਲ, ਸਭ ਸੰਗਤ ਸ੍ਰਿਸ਼ਟ ਨਿਹਾਲ ਕਰੀ। ਰਾਮਦਾਸ ਗੁਰੂ ਜਗ ਤਾਰਨ ਕੋ, ਗੁਰ ਜੋਤ ਸੋ ਅਰਜਨ ਮਾਹੇ ਤਰੀ। ਇਸ ਵਾਸਤੇ ਧੰਨ ਸੱਚੇ ਪਾਤਸ਼ਾਹ ਆਪ ਜੀ ਨੂੰ, ਆਪ ਦੇ ਪਿਆਰਿਆਂ ਨੂੰ ਕੋਟਾਨ ਕੋਟ ਵੇਰੀ ਨਮਸਕਾਰ ਹੈ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਦੂਸਰੇ ਪਾਸੇ ਜਿਹੜਾ ਜਗਤ ਦਾ ਜੀਵਨ ਆਸਰਾ ਰੂਪੀ ਪਰਮੇਸ਼ਰ ਨੂੰ ਤਿਆਗ ਕੇ ਜਿਹੜੇ ਵਿਅਕਤੀ ਮਨੁੱਖਾਂ ਦੀ ਆਸ ਸੰਧੀ ਰੱਖੀ ਬੈਠੇ, ਧਾਰੀ ਬੈਠੇ ਹੈ। ਦੋਇਐ ਭਾਏ ਬਗੁਚੀਐ। ਇੱਥੇ ਵੀ ਪਾਠ ਜੋ ਸੰਪਰਦਾ ਦੇ ਭੇਦ ਹਨ, ਦੱਦੇ ਨੂੰ ਔਂਕੜ, ਈੜੀ ਨੂੰ ਸਿਹਾਰੀ ਅਤੇ ਐੜੇ ਨੂੰ ਐਦ ਲਾਈਆਂ। ਦੋਇਐ, ਦੋਇਐ ਦਵੈਤ ਭਾਵ ਵਿੱਚ ਲੱਗ ਕੇ ਬਗੁਚੀਐ ਮੈਨੇ ਉਹਨਾਂ ਨੂੰ ਬਗੋਚਾ ਆਉਂਦਾ। ਉਹ ਆਪਣਾ ਆਪ ਜੋ ਕੁਝ ਹੈ ਉਹ ਵੀ ਗਵਾ ਕੇ ਬਹਿ ਜਾਂਦੇ ਆ, ਉਹਨਾਂ ਨੂੰ ਖਰਾਬ ਹੋਣਾ ਪੈਂਦਾ ਹੈ। ਗੱਲ ਪਈ ਸੋ ਜਮ ਕੀ ਫਾਸ। ਜਿਹੜੇ ਮਨਮੁਖ ਲੋਕ ਨੇ, ਕੁਕਰਮਾਂ ਵਿੱਚ ਗਲਤਾਨ ਰਹਿੰਦੇ ਹਨ, ਪਵਿੱਤਰ ਪੁਰਸ਼ਾਂ ਦੀ ਸੰਗਤ ਨਹੀਂ ਕਰਦੇ ਹਨ, ਨਾਮ ਬਣੀ ਦਾ ਅਭਿਆਸ ਨਹੀਂ ਕਰਦੇ ਹਨ, ਬੁਰੀਆਂ ਸੁਸਾਇਟੀਆਂ, ਬੁਰੀਆਂ ਆਦਤਾਂ ਨੂੰ ਨਹੀਂ ਛੱਡਦੇ ਹਨ, ਪਾਤਸ਼ਾਹ ਕਹਿੰਦੇ ਆ ਫਿਰ ਉਹਨਾਂ ਦੇ ਗਲ ਵਿੱਚ ਅੰਤ ਸਮੇਂ ਜਮਾਂ ਦੀ ਫਾਹੀ ਪੈਂਦੀ ਹੈ। ਗੱਲ ਪਈ ਸੋ ਜਮ ਕੀ ਫਾਸ, ਉਹਨਾਂ ਦੇ ਗਲ ਵਿੱਚ ਜਮਾਂ ਦੀ ਫਾਹੀ ਪੈਂਦੀ ਹੈ। ਜਮਾਂ ਦੇ ਖਟਹਿਰੇ ਵਿੱਚ ਉਹਨਾਂ ਨੂੰ ਖੜਨਾ ਪੈਂਦਾ। ਫਿਰ ਫੇੜੇ ਕਾ ਦੁੱਖ ਸਹਿ ਜੀਓ, ਕੀਤੇ ਹੋਏ ਕਰਮਾਂ ਦਾ ਦੁੱਖ ਭੋਗਣਾ ਪੈਂਦਾ ਹੈ। ਰਾਲੀ ਫਰੇਸਤਾ ਤਿਲ ਪੀੜੈ ਕਹਾਣੀ, ਐਸੀ ਕਿਰਿਆ ਪਾਈ ਹੁੰਦੀ ਹੈ। ਰਤੀਓਂ ਮਾਸਾ ਤੋਲ ਕਢਾਵਣਿਆ, ਜਿਹੜਾ ਧਰਮ ਰਾਜਾ ਰੱਤੀ ਮਾਸਾ ਵੀ ਨਿਆਂ ਕਰਨ ਲੱਗਾ ਫਰਕ ਨਹੀਂ ਰੱਖਦਾ। ਦੁਨੀਆ ਦੀਆਂ ਅਦਾਲਤਾਂ 'ਚ ਤਾਂ ਹੇਰਾ ਫੇਰੀ ਵੱਡੀ ਸਵਾਰ ਚੱਲ ਜਾਂਦੀ ਹੈ। ਉੱਥੇ ਦਾ ਸੱਚੋ ਹੀ ਸੱਚ ਨਿਬੜੈ, ਚੁਣ ਵੱਖ ਕੱਢੇ, ਜਜਮਾਲਿਆ ਥਾਵ ਨ ਪਾਇਨ ਕੂੜਿਆਰ ਮੁਹ ਕਾਲੇ।
ਦੋਜਕ ਚਾਲਿਆ ਤੇਰੇ ਨਾਇ ਰਤੇ ਸੇ ਜਣ ਗਏ ਹਾਰ ਗਏ ਸੇ ਠਗਣ ਵਾਲਿਆ ਲਿਖ ਨਾਵੈ ਧਰਮ ਬਹਾਲਿਆ ਪਾਤਸ਼ਾਹ ਦੱਸਦੇ ਹਨ। ਅਤੇ ਦੂਏ ਪਾਸੇ ਜਿਹੜੇ ਗੁਰਸਿੱਖ ਆ, ਧਰਮ ਰਾਜਾ ਕਹਿੰਦਾ ਕੀਤੋ ਭਵਨ ਪਨੀਤ, ਅਤੇ ਰਾਜਾ ਜਨਕ ਭਜਨੀਕ ਵੀ ਸੀ ਅਤੇ ਰਾਜਾ ਵੀ ਸੀ, ਅਤੇ ਕਿੰਨੇ ਨਰਕਾਂ ਦੇ ਜੀਵਾਂ ਨੂੰ ਬੰਦ ਖਲਾਸੀ ਦਿੱਤੀ। ਧੰਨ ਧੰਨ ਰਾਜਾ ਜਨਕ ਹੈ ਜਿਨ ਸਿਮਰਨ ਕੀਆ ਵਿਵੇਕ, ਇਹ ਕੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਅਤੇ ਜਿਹੜੇ ਮਨਮੁਖ ਹੈ, ਜਿਤਨੇ ਨਰਕ ਸੋ ਮਨਮੁਖ ਭੋਗੈ, ਗੁਰਮੁਖ ਲੇਪ ਨਾ ਮਾਸਾ ਹੈ। ਪਾਤਸ਼ਾਹ ਦੱਸਦੇ ਆ, ਜਿਹਾ ਬੀਜੈ ਸੋ ਲੁਣੈ, ਮੱਥੈ ਜੋ ਲਿਖਿਆਸ। ਜਿਹੋ ਜਿਹਾ ਜੀਵ ਬੀਜਦਾ ਉਸ ਤਰ੍ਹਾਂ ਦੇ ਭੋਗਣੇ ਪੈਂਦੇ ਆ। ਫਰੀਦ ਸਾਹਿਬ ਕਹਿੰਦੇ ਆ ਕਿ ਜਿਹੋ ਜਿਹਾ ਬੀਜ ਬੀਜਣਾ ਵੱਢਣਾ ਪੈਣਾ। ਲੋੜ ਹੈ ਦਾਖ ਫਰੀਦਾ, ਲੋੜ ਹੈ ਦਾਖ ਬਜੌਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਏ ਦਾ, ਪੈਦਾ ਲੋੜ ਹੈ ਪੱਟ। ਜਿਵੇਂ ਕੋਈ ਕਿਸਾਨ ਬੀਜਦਾ ਅਤੇ ਬਬੂਲਿਆ, ਅਤੇ ਉੱਥੋਂ ਫੁੱਲ ਕਿੱਥੋਂ ਮਿਲਣਗੇ। ਇਸੇ ਤਰ੍ਹਾਂ ਬੀਜ ਦਾ ਸਨੂਕੜਾ ਅਤੇ ਰੇਸ਼ਮ ਕਿੱਥੋਂ ਪ੍ਰਾਪਤ ਜਾਏਗਾ, ਅਤੇ ਕਿੱਕਰ ਬੀਜ ਕੇ ਅੰਗੂਰ ਦਾਖਾਂ ਕਿੱਥੋਂ ਮਿਲਣਗੀਆਂ। ਕਹਾਂ ਇਹਦੇ ਦ੍ਰਿਸ਼ਟਾਂਤ ਦਾ ਭਾਵ ਇਹ ਹੈ, ਜਿਹੋ ਜਿਹਾ ਬੀਜ ਬੀਜਦਾ ਜੈਸਾ ਬੀਜੈ ਸੋ ਲੁਣੇ। ਜਿਹੋ ਜਿਹਾ ਬੀਜ ਬੀਜਦਾ ਉਹੋ ਜਿਹਾ ਲੁਣੇ ਕੱਟਣਾ ਪੈਂਦਾ ਹੈ। ਜਿਹੋ ਜਿਹਾ ਕਰਮ ਕਰਦਾ ਹੈ ਉਹੋ ਜਿਹਾ ਫਲ ਭੋਗਣਾ ਪੈਂਦਾ ਹੈ। ਕਰਮ ਕਿਰੇਮਨ ਹੈ, ਸੰਚਿਤ ਹੈ, ਪਰਾਰਬਧ ਹੈ। ਕਿਰੇਮਨ ਅਤੇ ਸੰਚਿਤ ਜਿਹੜੇ ਆ, ਜੇ ਬ੍ਰਹਮ ਦਾ ਗਿਆਨ ਹੋ ਜਾਏ ਉਹ ਖਤਮ ਹੋ ਜਾਂਦੇ ਆ। ਜਿਹੜਾ ਪਰਾਰਬਧ ਰੂਪੀ ਕਰਮ ਆ ਉਹ ਭੋਗਣਾ ਪੈਂਦਾ। ਕਿਰੇਮਨ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਕਮਾਨ 'ਤੇ ਕੱਸਿਆ ਹੋਇਆ ਤੀਰ ਆ। ਸੰਚਿਤ ਇਉਂ ਜਿਵੇਂ ਪੱਥੇ ਵਿੱਚ ਤੀਰ ਆ, ਪਰਾਰਬਧ ਹੈ ਜਿਵੇਂ ਚਲਿਆ ਹੋਇਆ ਤੀਰ ਆ। ਇਸ ਪ੍ਰਕਾਰ ਕਮਾਨ ਵਾਲਾ ਵੀ ਰੋਕ ਸਕਦੇ ਹਾਂ, ਪੱਥੇ ਵਾਲਾ ਜਿਹੜਾ ਚੱਲ ਚੁੱਕਾ ਉਹਦਾ ਬੁਰਾ ਭਲਾ ਜੋ ਅਸਰ ਕਰਨਾ ਹੀ ਕਰ ਗਿਆ। ਇਸ ਵਾਸਤੇ ਪਰਾਰਬਧ ਰੂਪੀ ਕਰਮ ਭੋਗਣਾ ਪੈਂਦਾ। ਗੁਰਮੁਖ ਹੱਸ ਕੇ ਭੋਗ ਲੈਂਦੇ ਆ, ਮਨਮੁਖ ਰੋਂਦੇ ਆ। ਗੁਰਮੁਖ ਗਿਆਨ ਅਗਨੀ ਨਾ, ਗਿਆਨ ਅਗਨੀ ਦਗਧ ਕਰਮਾਣੀ, ਤਮਾਹੂ ਪੰਡਤੰ ਵਧਾ। ਗਿਆਨ ਅਗਨੀ ਦਗਧ ਕਰਮਾਣੀ, ਉਹ ਗਿਆਨ ਬ੍ਰਹਮ ਗਿਆਨ ਰੂਪੀ ਅਗਨੀ ਦੁਆਰਾ ਕਿਰਿਆ ਮਨ ਸੰਚਿਤ ਕਰਮਾਂ ਦਾ ਨਾਸ ਕਰ ਦਿੰਦੇ ਆ। ਪਰਾਰਬਧ ਭੋਗਣ ਤੋਂ ਬਾਅਦ ਜੀਵਨ ਮੁਕਤੀ ਔਰ ਵਧੇ ਮੁਕਤੀ ਪਰਮੇਸ਼ਵਰ ਵਿੱਚ ਅਭੇਦ ਅਵਸਥਾ ਪ੍ਰਾਪਤ ਕਰ ਲੈਂਦੇ ਆ। ਬਾਕੀ ਜਿਹੜੀ ਸ੍ਰਿਸ਼ਟੀ ਹੈ, ਜਿਹੋ ਜਿਹਾ ਬੀਜ ਬੀਜਦੀ ਹੈ ਉਹੋ ਜਿਹਾ ਲੁਣੇ, ਉਹੋ ਜਿਹੀ ਫਸਲ ਕੱਢਣੀ ਪੈਂਦੀ ਹੈ। ਜੇ ਕੋਈ ਕਰਮ ਕੀਤੇ ਹੈ ਅਤੇ ਕਰਮਾਂ ਦਾ ਫਲ ਭੋਗਣਾ ਪੈਣਾ, ਪੁੰਨ ਕੀਤੇ ਹੈ ਪੁੰਨਾਂ ਦਾ। ਇਸ ਵਾਸਤੇ ਕਰਮਾਂ ਸੰਦੜਾ ਹੀ ਖੇਤ ਹੈ ਭਾਈ। ਫਿਰ ਰੋਣਾ ਨਹੀਂ ਚਾਹੀਦਾ, ਚੀਕਣਾ ਨਹੀਂ। ਜਦੋਂ ਬੁਰੇ ਕਰਦੇ ਬੜਾ ਹੱਸ ਕਰਦੇ, ਜਿਹੜੇ ਭੋਗਣਾ ਪੈਂਦੇ ਰੋਂਦੇ ਆ। ਫਿਰ ਹੁਣ ਭਾਈ ਭੋਗਣੇ ਵੀ ਤੁਹਾਨੂੰ ਵੀ ਪੈਣੇ ਆ। ਜਿੰਨੀ ਖਾਧੀਆਂ ਗਾਜਰਾਂ ਢਿੱਡ ਉਹਨਾਂ ਦੇ ਪੀੜ ਉਹਨਾਂ ਦੇ ਹੋਏਗੀ, ਕੱਚੀਆਂ ਗਾਜਰਾਂ ਖਾ ਕੇ। ਮੱਥੈ ਜੋ ਲਿਖਿਆ, ਜਿਹੜਾ ਮੱਥੇ 'ਤੇ ਲਿਖਿਆ, ਕਿਉਂਕਿ ਜਿਹੜੇ ਕਰਮ ਕਰਦਾ ਇਹ ਜਿਹੜਾ ਚਿਹਰਾ ਇਹਦਾ ਇੰਡੈਕਸ ਆ ਉਹਦੇ 'ਤੇ ਆਈ ਜਾਂਦੇ। ਇਸ ਵਾਸਤੇ ਕਹਿੰਦੇ ਜਿਹੜਾ ਮੱਥੇ 'ਤੇ ਲੇਖ ਲਿਖੇ ਆ ਉਹ ਫਿਰ ਭੋਗਣੇ ਪੈਂਦੇ ਹਨ। ਅਤੇ ਜੇ ਗੁਰੂ ਕੀ ਸ਼ਰਨ 'ਚ ਆ ਜਾਈਏ ਅਤੇ ਮਹਾਰਾਜ ਬਖਸ਼ਿਸ਼ ਕਰਦੇ, ਕਈ ਵਾਰੀ ਸੂਈ ਦੀ ਸੂਲ ਬਣਾ ਦਿੰਦੇ ਆ। ਰੈਣ ਬਿਹਾਣੀ ਪਛਤਾਣੀ, ਉੱਠ ਚੱਲੀ ਗਈ ਨਿਰਾਸ। ਹਜ਼ੂਰ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਹੋਏ ਕਹਿ ਰਹੇ ਆ, ਇਹ ਜਿਹੜੇ ਐਸੇ ਮਨਮੁਖ ਲੋਕ ਆ ਉਹਨਾਂ ਦੀ ਉਮਰ ਰੂਪੀ ਰਾਤ ਜਿਹੜੀ ਹੈ ਉਹ ਬੀਤ ਜਾਂਦੀ ਹੈ। ਭਜਨ ਨਹੀਂ ਕੀਤਾ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ। ਜਪ ਸੰਜਮ ਧਰਮ ਨਾ ਕਮਾਇਆ, ਨਾ ਜਪ ਕੀਤਾ ਨਾ ਤਪ ਕੀਤਾ, ਨਾ ਸੰਜਮ ਰੱਖਿਆ ਇੰਦਰੀਆਂ ਦਾ, ਬੇਸ਼ੁਮਾਰ ਭੋਗਦੇ ਰਹੇ, ਕੋਈ ਕਰਮ ਕਰਦੇ ਰਹੇ। ਜਪ ਤਪ ਸੰਜਮ ਧਰਮ ਨਾ ਕਮਾਇਆ, ਨਾ ਧਰਮ ਦਾ ਕੰਮ ਕੀਤਾ। ਸੇਵਾ ਸਾਧਨ ਜਾਣਿਆ, ਨਾ ਮਹਾਂਪੁਰਖਾਂ ਦੀ ਸੇਵਾ ਕੀਤੀ, ਨਾ ਨਾਮ ਜਪਣ ਦਾ ਸਵਾਦ ਜਾਣਿਆ। ਹਰ ਰਾਇਆ, ਹਰੀ ਦਾ ਨਾਮ ਨਹੀਂ ਜਪਿਆ, ਸੰਗਤ ਨਹੀਂ ਕੀਤੀ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨ ਜਨ ਹਰ ਰਾਇਆ। ਹਰੀ ਜੋ ਰਾਇਆ ਪ੍ਰਕਾਸ਼ ਰੂਪ ਸੀ, ਉਹਦਾ ਨਾਮ ਨਹੀਂ ਜਪਿਆ, ਉਹਦੇ ਘਰ ਦੀ ਸੇਵਾ ਨਹੀਂ ਕੀਤੀ। ਕਹੋ ਨਾਨਕ ਹਮ ਨੀਚ ਕਰਮਾਂ, ਹੈ ਪਾਤਸ਼ਾਹ ਅਸੀਂ ਨੀਚ ਕਰਮਾਂ ਵਾਲੇ ਹਾਂ, ਹੁਣ ਤੇਰੀ ਸ਼ਰਨ ਆਏ ਹਾਂ, ਸਾਡੀ ਲਾਜ ਰੱਖ ਲਓ। ਇਹ ਵੀ ਆ ਕੇ ਨਹੀਂ ਕਿਸੇ ਨੂੰ ਕਹਿ ਲਓ, ਕਹਿੰਦਾ ਮੈਂ ਪਾਪੀ ਥੋੜ੍ਹੀ, ਮੈਂ ਤਾਂ ਪਾਪ ਕੀਤਾ ਹੀ ਕੋਈ ਨਹੀਂ। ਫਿਰ ਨਹੀਂ ਕੀਤਾ ਤਾਂ ਫਿਰ ਫਲ ਭੋਗੀ ਚੱਲ ਭਾਈ। ਪ੍ਰਾਸ਼ਚਿਤ ਵੀ ਨਹੀਂ ਕਰਨਾ ਅਤੇ ਮੰਨਣਾ ਵੀ ਹੈ ਨਹੀਂ। ਫਿਰ ਹੈਂਕੜ 'ਚ ਰਹਿੰਦੇ ਆ,
ਫਿਰ ਉਹਨਾਂ ਨੂੰ ਆਪਣੇ ਕੁਕਰਮ ਦਾ ਫਲ ਭੋਗਣਾ ਪੈਂਦਾ ਹੈ। ਜਦੋਂ ਉਮਰ ਰੂਪੀ ਰਾਤ ਬੀਤ ਜਾਂਦੀ ਹੈ ਫਿਰ ਪਛਤਾਪ ਕਰਦੇ ਹਨ। ਜਿਲੇ ਧਰਮਰਾਜ ਕੋਲ ਜਾਣਾ ਪੈਂਦਾ, ਫਿਰ ਭਾਈ ਹੁਣ ਉੱਥੇ ਜਵਾਬ ਕੀ ਦੇਵੇਗਾ? ਕੋਈ ਜਵਾਬ ਨਹੀਂ। ਉੱਠ ਚੱਲੀ ਗਈ ਨਰਾਸ, ਉਹ ਫਿਰ ਜੀਵਾਤਮਾ ਚੰਗੇ ਕਰਮ ਕੀਤੇ ਨਹੀਂ, ਸੰਸਾਰ ਤੋਂ ਨਿਰਾਸ਼ ਹੋ ਕੇ ਚਲੇ ਜਾਂਦੇ, ਭਾਵ ਮਰ ਜਾਂਦੇ ਆ। ਨਾ ਜਫਾਈ ਨਾ ਵਫਾਈ, ਸਾਰੀ ਜਿਹੜੀ ਜ਼ਿੰਦਗੀ ਹੈ ਉਹ ਕੁਕਰਮ ਕਰਦਿਆਂ ਹੀ ਬਤੀਤ ਹੋ ਜਾਂਦੀ ਹੈ। ਫਿਰ ਕੋਈ ਪੁੰਨਾ ਰੂਪੀ ਖੇਤੀ ਹੈ ਨਹੀਂ, ਕਰਮਾਂ ਧਰਮਾਂ ਰੂਪੀ ਨਾਮ ਜਪਿਆ ਨਹੀਂ, ਸੇਵਾ ਕੀਤੀ ਨਹੀਂ, ਸਤਸੰਗ ਕੀਤਾ ਨਹੀਂ, ਸੰਸਾਰ ਤੋਂ ਫਿਰ ਨਿਰਾਸੇ ਹੋ ਕੇ ਉੱਠ ਕੇ ਚਲ ਜਾਂਦੇ ਹੈ। ਜਿਹੜੇ ਆਪਣੇ ਪ੍ਰਾਣ ਸੀ ਉਹ ਨਿਸਫਲ ਗਵਾ ਲੈ। ਕਈਆਂ ਨੇ ਤਾਂ ਵਿਸ਼ੇ ਵਿਕਾਰਾਂ 'ਚ ਬਰਬਾਦ ਕਰ ਲੈ, ਕਈਆਂ ਨੇ ਭਜਨ ਸਿਮਰਨ ਕੀਤਾ ਨਹੀਂ, ਗੁਰੂ ਵਾਲੇ ਬਣੇ ਨਹੀਂ, ਕਈਆਂ ਨੇ ਸਵਾਸ ਸਵਾਸ ਸਿਮਰਨ ਕਰਕੇ ਇੱਕ ਇੱਕ ਸਵਾਸ 'ਤੇ ਸਤਿਨਾਮ ਦਾ ਠੱਪਾ ਲਾ ਲਿਆ। ਉਹਨਾਂ ਦੇ ਸਵਾਸ ਬੇਕੀਮਤੇ ਨੋਟ ਬਣ ਗਏ। ਉਹਨਾਂ ਨੇ ਆਪਣੇ ਜੀਵਨ ਦੀ ਬਾਜੀ ਜਿੱਤ ਲਈ, ਸਫਲ ਕਰ ਲਿਆ। ਦੂਜੇ ਜਿਹੜੇ ਨਾਮ ਨਹੀਂ ਜਪਦੇ ਉਹ ਸੰਸਾਰ ਦੇ ਉੱਤੇ ਤਾਂ ਪਿਛਲੇ ਪੁੰਨ ਨਾਲ 4 ਦਿਨ ਜਿਹੜੇ ਸੁੱਖ ਭੋਗ ਲੈ, ਅੱਗੇ ਭੁੱਖਾ ਕਿਆ ਖਾਏ, ਹੁਣ ਗਾਹਾਂ ਕੀ ਖਾਏਗਾ, ਅੱਗੇ ਦੀ ਤਾਂ ਕੋਈ ਪੂੰਜੀ ਜੋੜੀ ਨਹੀਂ। ਇਸ ਵਾਸਤੇ ਸੰਸਾਰ ਤੋਂ ਨਿਰਾਸ਼ ਹੋ ਕੇ ਉੱਠ ਕੇ ਚਲੇ ਜਾਂਦੇ, ਮਰ ਜਾਂਦੇ ਹਨ। ਜਿਨ ਕੋ ਸਾਧੂ ਭੇਟੀਐ ਸੋ ਦਰਗਹਿ ਹੋਏ ਖਲਾਸ। ਸਤਿਗੁਰੂ ਗਰੀਬ ਨਿਵਾਜ ਜੀ ਕਹਿੰਦੇ, ਜਿਨ੍ਹਾਂ ਨੂੰ ਕੋਈ ਸਾਧੂ ਮਿਲ ਜਾਏ, ਮਹਾਤਮਾ ਮਿਲ ਜਾਏ, ਉਹਨਾਂ ਨੂੰ ਫਿਰ ਸੋਝੀ ਮਿਲਦੀ ਹੈ, ਸਮੱਤ ਆਉਂਦੀ ਹੈ। ਜੇ ਬੇਸਵਾ ਨੂੰ ਸੰਤਾਂ ਦੀ ਸੰਗਤ ਹੋਈ, ਉਹਦਾ ਜੀਵਨ ਪਲਟ ਗਿਆ। ਇਸ ਤਰ੍ਹਾਂ ਨਾਰਦ ਲੈ ਲਓ, ਬਟਵਾਰਾ ਲੈ ਲਓ, ਹੋਰ ਕਈਆਂ ਨੂੰ ਸੰਗਤ ਹੋਈ ਭੂਮੀਆਂ ਚੋਰ ਲੈ ਲਓ, ਗੁਰੂ ਸਾਹਿਬ ਦੀ ਸੰਗਤ ਹੋਈ ਸੱਜਣ ਠਾਗ, ਔੜੇ ਰਾਖਸ਼, ਇਸ ਤਰ੍ਹਾਂ ਲੱਖੂ ਧਾੜਵੀ, ਵਿਧੀ ਚੰਦ ਆਦਿਕ, ਭਾਈ ਅਦਲੀ ਜੀ ਦੀ ਸੰਗਤ ਹੋਈ, ਜੀਵਨ 'ਚ ਕਿੱਡਾ ਵੱਡਾ ਪਰਿਵਰਤਨ ਆਇਆ। ਫਿਰ ਮਹਾਰਾਜ ਦੀ ਬਖਸ਼ਿਸ਼ ਨਾਲ ਵਿਧੀ ਚੰਦ ਸ਼ੀਨਾ, ਗੁਰੂ ਕਾ ਸੀਨਾ, ਕਿੱਡੀਆਂ ਕਿੱਡੀਆਂ ਬਖਸ਼ਾਂ ਲਈਆਂ। ਇਹ ਸੰਗਤ ਦਾ ਫਲ ਹੈ। ਸੰਗਤ ਕੋ ਫਲ ਬਹੁਤ ਅਧਿਕਾਈ, ਬਹੁਤ ਵੱਡਾ ਫਲ ਹੈ। ਇਸ ਕਰਕੇ ਸੰਗਤ ਜਿਹੜੀ ਭਲੇ ਪੁਰਸ਼ਾਂ ਦੀ ਕਰਨੀ ਬਹੁਤ ਜ਼ਰੂਰੀ। ਮਾੜੀ ਸੁਸਾਇਟੀ ਤੋਂ ਬਚਣਾ ਚਾਹੀਦਾ ਹੈ। ਜਿਨ ਕੋ ਸਾਧੂ ਭੇਟੀਐ, ਜਿਨ੍ਹਾਂ ਨੂੰ ਸੰਤਾਂ ਦੀ ਸੰਗਤ ਦਾ ਮਿਲਾਪ ਹੋ ਜਾਂਦਾ ਹੈ, ਸੋ ਦਰਗਹਿ ਹੋਏ ਖਲਾਸ, ਉਹਨਾਂ ਪੁਰਖਾਂ ਦੀ ਦਰਗਾਹ ਦੇ ਵਿੱਚ ਖਲਾਸੀ ਹੋ ਜਾਂਦੀ ਹੈ, ਛੁਟਕਾਰਾ ਹੋ ਜਾਂਦਾ ਹੈ। ਬੰਧਨ 'ਤੇ ਹੋਈ ਛੁਟਕਾਰ, ਬੰਦ ਖਲਾਸੀ ਭਾਣੇ ਹੋਏ, ਜਿਹੜੇ ਉਹਦੇ ਭਾਣੇ ਵਿੱਚ ਆ ਜਾਂਦੇ ਹੈ, ਬੰਧਨਾਂ ਤੋਂ ਉਹਨਾਂ ਨੂੰ ਖਲਾਸੀ ਮਿਲ ਜਾਂਦੀ ਹੈ। ਸੋ ਭਾਈ ਗੁਰਦਿਆਲ ਸਿੰਘ ਤੋਂ ਫਾਂਸੀ ਹੋ ਗਈ। ਉਸ ਵੇਲੇ ਲਾਹੌਰ ਅਦਾਲਤ ਹੁੰਦੀ ਸੀ ਅਤੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਅਤੇ ਉਹਨੇ ਸ਼ਬਦ ਦੀ ਕਮਾਈ ਵਾਸਤੇ ਆਗਿਆ ਕੀਤੀ। ਹੁਣ ਜੱਜ ਲਿਖ ਰਿਹਾ ਫਾਂਸੀ ਅਤੇ ਅੱਖਰ ਥੱਲੇ ਬਰੀ ਹੁੰਦੇ ਆ। 3 ਵੀਰੇ ਯਤਨ ਕੀਤਾ, ਪੁੱਛਿਆ ਕੀ ਹੋ ਰਿਹਾ, ਕਿਹਨੂੰ ਮੰਨਦਾ? ਕਹਿਣ ਲੱਗੇ ਮੇਰੇ ਫਲਾਣੇ ਮੁਰਸ਼ਦ ਆ। ਜੱਜ ਕਹਿਣ ਲੱਗਿਆ ਮੈਨੂੰ ਦਿਸ ਰਿਹਾ। ਫਿਰ ਜਦੋਂ ਇਸ ਇਲਾਕੇ ਨੂੰ ਦਰਸ਼ਨ ਕਰਾਏ, ਮੁਸਲਮਾਨ ਜੱਜ ਸੀ, ਅਤੇ ਉਹਨੇ ਕਿਹਾ ਹੁਣ ਮੈਂ ਫਾਂਸੀ ਕੀ ਦੇਣੀ ਹੈ, ਵੀ ਮੈਂ ਅੱਖਰ ਫਾਂਸੀ ਲਿਖਦਾ, ਅੱਖਰ ਥੱਲੇ ਬਰੀ ਹੁੰਦਾ। ਜਦੋਂ ਫਿਰ ਸੰਤ ਬਾਬਾ ਜਵਾਲਾ ਸਿੰਘ ਹਰਖਵਾਲ ਲਾਹੌਰ ਗਏ, ਫਿਰ ਉਹ ਭਾਈ ਗੁਰਦਿਆਲ ਸੁਣੀ ਉਹ ਜੱਜ ਨੂੰ ਦਰਸ਼ਨ ਕਰਾਏ, ਅਤੇ ਜੱਜ ਵੀ ਬੜਾ ਪ੍ਰੇਮੀ ਬਣਿਆ ਅਤੇ ਉਸਨੇ ਸਮੱਤ ਲਈ ਕਿ ਮੈਂ ਸਦਾ ਵਾਸਤੇ ਧਰਮਰਾਜ ਦੀ ਜੱਜ ਦੀ ਕੁਰਸੀ 'ਤੇ ਬਹਿ ਕੇ ਨਿਆਂ ਔਰ ਇਨਸਾਫ ਕਰਾਂਗਾ। ਸੋ ਇਸ ਵਾਸਤੇ ਜਿਹੜਾ ਸੰਗਤ ਦੀ ਓਟ ਲੈਂਦਾ ਹੈ, ਨਾਮ ਬਾਣੀ ਦਾ ਅਭਿਆਸ ਕਰਦਾ ਹੈ, ਇੱਥੇ ਵੀ ਦਰਗਾਹ ਵਿੱਚ ਵੀ ਉਹਦੀ ਖਲਾਸੀ ਹੋ ਜਾਂਦੀ, ਬੰਧਨ 'ਤੇ ਹੋਈ ਛੁਟਕਾਰਾ ਹੋ ਜਾਂਦਾ। ਕਰ ਕਿਰਪਾ ਪ੍ਰਭ ਆਪਣੀ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ 52 ਰਾਜਿਆਂ ਨੇ ਆਸਰਾ ਲਿਆ। ਸੱਚੇ ਪਾਤਸ਼ਾਹ ਨੇ ਉਹਨਾਂ 'ਤੇ ਕਿਰਪਾ ਕੀਤੀ, ਬੰਧਨਾਂ ਤੋਂ ਖਲਾਸੀ ਦਿੱਤੀ ਅਤੇ ਬੰਦੀ ਛੋੜ ਕਹਾਇਆ। ਇਸ ਵਾਸਤੇ ਸਤਿਗੁਰੂ ਜੀ ਕਿਰਪਾ ਕਰਦੇ ਹਨ। ਜਿਨ੍ਹਾਂ ਦੇ ਮਹਾਰਾਜ ਆਪਣੀ ਕਿਰਪਾ ਬਖਸ਼ਿਸ਼ ਕਰ ਦਿੰਦੇ ਹਨ। ਤੇਰੇ ਦਰਸ਼ਨ ਹੋਏ ਪਿਆਸ, ਹੁਣ ਜਿਨ੍ਹਾਂ ਨੂੰ ਮਹਾਰਾਜ ਨੇ ਗਵਾਲੀਅਰ ਦੇ ਕਿਲ੍ਹੇ 'ਚੋਂ ਕੈਦ 'ਚੋਂ ਕਢਾਇਆ, ਉਹ ਕਿਵੇਂ ਮਹਾਰਾਜ ਨੂੰ ਭੁੱਲਣਗੇ?
ਕਿਰਤ ਕਣ ਹੋ ਜਾਏ ਵੱਖਰੀ ਗੱਲ ਆ। ਫਿਰ ਤਾਂ ਬਹੁਤ ਪਿਆਰ ਵੱਧ ਜਾਂਦਾ ਵੀ ਨਹੀਂ ਸਾਨੂੰ ਕਿਨ ਕੱਢਣਾ ਸੀ, ਅੰਦਰੇ ਹੱਡ ਗਲ ਜਾਣੇ ਸੀ। ਪਾਤਸ਼ਾਹ ਕਹਿੰਦੇ ਫਿਰ ਉਹਨਾਂ ਦੇ ਮਨ 'ਚ ਐਸਾ ਪਿਆਰ ਪੈਦਾ ਹੋ ਜਾਂਦਾ, ਤੇਰੇ ਦਰਸ਼ਨ ਹੋਏ ਪਿਆਸ। ਫਿਰ ਉਹਨਾਂ ਦੇ ਮਨ 'ਚ ਤੇਰੇ ਦਰਸ਼ਨ ਦੀ ਪਿਆਸ ਲੱਗੀ ਰਹਿੰਦੀ ਹੈ ਵੀ ਧੰਨ ਸੱਚੇ ਪਾਤਸ਼ਾਹ, ਇਹ ਤੇਰੀ ਕਿਰਪਾ ਹੋਈ ਹੈ, ਆਪ ਜੀ ਨੂੰ ਬਖਸ਼ਿਸ਼ ਕੀਤੀ। ਜਿਵੇਂ ਮਹਾਰਾਜ ਨੇ ਰੁਸਤਮ ਰਾਓ ਔਰ ਬਾਲਾ ਰਾਓ ਨੂੰ ਪੂਨੇ ਸਤਾਰੇ ਦੇ ਕਿਲੇ 'ਚੋਂ 10ਵੇਂ ਪਾਤਸ਼ਾਹ ਜੀ ਨੇ ਬੰਦ ਖਲਾਸੀ ਦਿੱਤੀ ਸੀ। ਉੱਥੇ ਸਿੱਖ ਦਰੋਗਾ ਸੀ, ਉਹ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਿਆ ਕਰੇ। ਇਹਨਾਂ ਨੇ ਬੜੇ ਗੁਰੂ ਪੀਰ ਮਨਾਏ, ਛੁਟਕਾਰਾ ਨਹੀਂ ਹੋਇਆ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੋ ਸਿੱਖ ਨੂੰ ਪੁੱਛਿਆ ਇਹ ਕਲਾਮ ਕਿਹੜੀ ਪੜ੍ਹਦਾ, ਕਹਿੰਦੇ ਸ੍ਰੀ ਜਪਜੀ ਸਾਹਿਬ। ਉਹ ਵੀ ਪਾਠ ਕਰਨ ਲੱਗ ਪਿਆ। ਮਹਾਰਾਜ ਨੇ ਕਿਰਪਾ ਕੀਤੀ, ਖਲਾਸੀ ਕਰ ਦਿੱਤੀ ਅਤੇ ਉਹਨਾਂ ਦੇ ਮਨ 'ਚ ਸਦਾ ਹੀ ਦਰਸ਼ਨ ਦੀ ਪਿਆਸ ਬਣੀ ਰਹਿੰਦੀ। ਇਸ ਤਰ੍ਹਾਂ ਸਾਡੇ ਮਨ 'ਚ ਵੀ ਚਾਹੀਦੀ, ਮਹਾਰਾਜ ਸਾਡੇ 'ਤੇ ਕਿਰਪਾ ਕਰਨ, ਕਾਮ ਕ੍ਰੋਧ ਰੂਪੀ ਦੂਤਾਂ ਤੋਂ ਛੁਟਕਾਰਾ ਦੇਣ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕੀ ਅਰਦਾਸ। ਫਿਰ ਇਸ ਤਰ੍ਹਾਂ ਕਹਿੰਦੇ, ਹੇ ਪ੍ਰਭੂ, ਆਪ ਜੀ ਤੋਂ ਬਿਨਾਂ ਸਾਡਾ ਹੋਰ ਕੋਈ ਰਖਵਾਲਾ ਦੂਜਾ ਨਹੀਂ, ਸਾਡੀ ਆਪ ਜੀ ਦੇ ਚਰਨਾਂ 'ਚ ਅਰਦਾਸ ਹੈ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਇਹ ਹਾੜ ਦਾ ਮਹੀਨਾ ਉਹਨਾਂ ਨੂੰ ਸੁਹੰਦਾ ਸੁਹਾਵਣਾ ਭਾਈ ਲੱਗਦਾ ਹੈ, ਜਿਨ੍ਹਾਂ ਦੇ ਮਨ ਵਿੱਚ ਹਰੀ ਵਾਹਿਗੁਰੂ ਦੇ ਚਰਨਾਂ ਦਾ ਨਿਵਾਸ ਆ। ਉਹ ਵਾਹਿਗੁਰੂ ਦੇ ਚਰਨਾਂ ਦੇ ਪ੍ਰੇਮੀ ਬਣ ਜਾਂਦੇ ਆ। ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਐ। ਮਨ ਲੋਚੈ ਬਰਿਆਈਆਂ, ਗੁਰ ਸ਼ਬਦੀਐ ਮਨ ਹੋੜੀਐ। ਬਾਹੇ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ ਬਾਹੇ ਨਾ ਛੋੜੀਐ। ਤੇਗ ਬਹਾਦਰ ਬੋਲਿਆ ਤਰ ਪਈਐ, ਧਰਮ ਨਾ ਛੋੜੀਐ। ਐਸੀ ਮਾਰੇ ਕਿਰਪਾ ਹੋ ਜਾਂਦੀ। ਸੋ ਸਾਧ ਸੰਗਤ ਜੀ, ਇਹ ਹਾੜ ਦੇ ਮਹੀਨੇ ਦੀ ਵਿਚਾਰਧਾਰਾ ਹੈ। ਜਿਹੜੇ ਮਾਈ ਭਾਈ ਇਹਨਾਂ ਵਿਚਾਰਾਂ ਨੂੰ ਹਿਰਦੇ 'ਚ ਵਸਾਉਣਗੇ, ਸੱਚੇ ਪਾਤਸ਼ਾਹ ਉਹਨਾਂ ਦਾ ਮਹੀਨਾ ਸੁੱਖ ਦਾ ਬਤੀਤ ਕਰਾਉਣਗੇ, ਉਹਨਾਂ ਦਾ ਲੋਕ ਪਰਲੋਕ ਸਫਲਾ ਹੋਏਗਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜਗਤ ਮਾਤਾ ਸੁਲੱਖਣੀ, ਬੇਬੇ ਨਾਨਕੀ ਜੀ ਕਿਰਪਾ ਕਰਨ, ਚਰਨਾਂ ਦਾ ਪਿਆਰ, ਸਿੱਖੀ ਦਾਨ, ਭਰੋਸਾ, ਤੰਦਰੁਸਤੀ ਬਖਸ਼ਿਸ਼ ਕਰਨ। ਖਾਲਸਾ ਪੰਥ ਦੀ ਚੜ੍ਹਦੀ ਕਲਾ, ਏਕਤਾ ਭਾਵ ਬਖਸ਼ਿਸ਼ ਕਰਨ। ਸਾਰੇ ਸੰਸਾਰ 'ਤੇ ਠੰਡ ਵਰਤਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ।